पिछले लंबे समय तो तकरीबन 10 साल तो इलैक्शन नहीं हुई SGPC ਦੀ ਮੰਗ ਹੋ ਰਹੀ ਸੀ ਤਕਰੀਬਨ 12 ਸਾਲ ਤੋਂ ਮੰਗ ਹੋ ਰਹੀ ਸੀ ਸਿੱਖਾਂ ਵੱਲੋਂ ਕਿ ਇਲੈਕਸ਼ਨ ਹੋਵੇ। ਤੁਹਾਨੂੰ ਕੀ ਲੱਗਦਾ ਵੀ ਕੀ ਇਹਦੇ ਵਿੱਚ ਰਾਜਨੀਤੀ ਹੋ ਰਹੀ ਸੀ ਜੋ ਇਲੈਕਸ਼ਨ ਨਹੀਂ ਹੋ ਰਹੀ? ਰਾਜਨੀਤੀ ਸੀ, ਰਾਜਨੀਤੀ ਹੋਰ ਧਰਮ ਤੇ ਹੈ ਹੀ ਨਹੀਂ ਸੀ ਕਿਤੇ। ਧਾਰਮਿਕ ਪੰਖ ਕੱਲ ਉੱਡ ਰਿਹਾ, ਖੰਭ ਲਾ ਕੇ ਉੱਡ ਗਿਆ। ਸੈਂਟਰ ਜਿਹੜਾ ਆਪਣੀ ਗੁਲਾਮੀ 'ਚ ਰੱਖਣ ਲਈ ਇਹ ਪ੍ਰਬੰਧਕ ਕਮੇਟੀ ਉਹਦੇ ਸਿਸਟਮ ਦੇ ਨਾਲ ਉਹਨੂੰ ਦਿੰਦਾ। ਇਲੈਕਸ਼ਨ ਕਮਿਸ਼ਨ ਉਹਦੀ ਮਰਜ਼ੀ ਦਾ ਥਾਪਦਾ, ਵੋਟ ਉਹਦੀ ਬਣਦੀ ਸੀ ਜਿਹਦੀ ਬਾਦਲ ਚਾਹੁੰਦਾ ਸੀ। ਹੁਣ ਸਾਨੂੰ ਕੋਈ ਚਿੰਤਾ ਨਹੀਂ, ਹੁਣ ਭਾਵੇਂ ਕੱਲ੍ਹ ਨੂੰ ਇਲੈਕਸ਼ਨ ਡਿਕਲੇਅਰ ਹੋ ਜਾਣ, ਅਸੀਂ ਸਮਰੱਥਾ ਸਾਡੇ 'ਚ ਲੜਨ ਦੀ ਤੇ ਅਸੀਂ ਲੜਾਂਗੇ ਤੇ ਪ੍ਰਕਾਸ਼ ਸਿੰਘ ਬਾਦਲ ਨੂੰ ਬਾਹਰ ਦਾ ਰਸਤਾ ਦਿਖਾਵਾਂਗੇ। ਇਹ ਜਿਹੜਾ ਜਿਹਨੇ ਗੁਰੂ ਘਰ ਦਾ ਨੁਕਸਾਨ ਕੀਤਾ, ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਕੀਤਾ, ਗੁਰੂ ਦੀ ਗੋਲਕ ਨੂੰ ਆਪਣੇ ਨਿੱਜ ਲਈ ਵਰਤਿਆ, ਪਰਿਵਾਰ ਲਈ ਵਰਤਿਆ, ਆਪਣੇ ਕੁੜਮਾਂ ਦੀ ਵਰਤਿਆ ਤੇ ਅਕਾਲੀ ਦਲ ਆਪਣੇ ਕੁੜਮਾਂ ਦਾ ਹੀ ਬਣਾ ਛੱਡਿਆ। ਉੱਚੀ ਸੰਗਤ ਦੇ ਵਿੱਚ ਜਿੰਨੀਆਂ ਵੀ ਸਾਡੀਆਂ ਸੰਪਰਦਾਵਾਂ ਨੇ ਉਹਨਾਂ ਨੇ ਮੈਨੂੰ ਸਨਮਾਨ ਦੇ ਕੇ ਅਕਾਲ ਤਖਤ ਸਾਹਿਬ ਤੇ ਬਿਠਾਇਆ। ਪਰ ਜਦੋਂ ਲਾਇਆ ਉਦੋਂ ਲਾਇਆ CM ਨੇ, ਪੰਜਾਬ ਦੇ CM ਨੇ, ਐਜ਼ CM ਪ੍ਰਕਾਸ਼ ਸਿੰਘ ਬਾਦਲ ਨੇ, ਤੇ ਲਵਾਇਆ ਬਹਾਨਾ ਬਣਾਇਆ ਉਹਦਾ ਜੁਡੀਸ਼ੀਅਲ ਕਮਿਸ਼ਨ ਦਾ। ਕੋਈ ਆਰੋਪ ਕੋਈ ਸਾਬਤ ਹੋਇਆ ਹੋਵੇ, ਕੋਈ ਵਜ੍ਹਾ ਹੋਵੇ ਤੇ ਉਹਦੇ ਬਾਵਜੂਦ ਵੀ ਜਿਹੜਾ ਜਥੇਦਾਰ ਅਕਾਲ ਤਖਤ ਹੈ ਇਹ ਪਦਵੀ ਆ। ਜਿਹੜਾ ਇਲੈਕਸ਼ਨ ਕਮਿਸ਼ਨ ਹੈ ਇਹ ਸਰਕਾਰੀ ਏਜੰਟ ਆ। ਸਰਕਾਰੀ ਏਜੰਟ ਪਦਵੀ ਨੂੰ ਹੱਥ ਪਾ ਲਵੇ ਤੇ ਕੌਮ ਦੇ ਪੱਲੇ ਕੀ ਆ? ਪਰ ਕੌਮ ਸੁੱਤੀ ਪਈ ਸੀ ਕੁੰਭ ਕਰਨ ਦੀ ਨੀਂਦ, ਉਹ ਸਤਾ ਦੇ ਵਿੱਚ ਨਸ਼ੇ 'ਚ ਪਾਗਲ ਹੋ ਚੁੱਕਾ ਸੀ। ਹੁਣ ਉਹਦਾ ਨਸ਼ਾ ਲੱਥਾ ਹੈ, ਉਹ ਮੂਧੇ ਮੂੰਹ ਪਿਆ ਮੰਜੇ ਤੇ, ਉਹਦਾ ਅਕਾਲੀ ਦਾ ਲੱਭਦਾ ਨਹੀਂ। ਹੁਣ ਗਿਆਨੀ ਨੂੰ ਸਲਾਹ ਦਿੱਤੀ ਆ ਹਰਪ੍ਰੀਤ ਸਿੰਘ ਨੂੰ ਵੀ ਕੌਮ ਨੂੰ ਬੁੱਧੂ ਬਣਾ ਕਿਸੇ ਤਰੀਕੇ ਤੇ ਅਕਾਲ ਤਖਤ 'ਤੇ ਸੱਦ ਲੀਡਰਾਂ ਨੂੰ ਤੇ ਉਹਨਾਂ ਨੂੰ ਕਹੋ ਹੁਣ ਏਕਤਾ ਕਰੋ, ਪੰਥ ਤੇ ਭੀੜ ਬਣ ਗਈ ਆ। ਇਸ ਵੱਲੋਂ ਸਵਾਲ ਪੁੱਛੇ ਜਾਂਦੇ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੋਂ ਕਿ ਤੁਹਾਡੀ ਦਖਲ ਆ ਤੁਹਾਡਾ ਸ਼੍ਰੋਮਣੀ ਪ੍ਰਬੰਧਕ ਕਮੇਟੀ 'ਚ। ਉਹ ਦਾਖਲ ਕਹਿੰਦੇ ਨੇ ਵੀ ਨਹੀਂ ਜੀ, ਉੱਥੇ ਤਾਂ ਪ੍ਰਧਾਨ ਲਾਏ ਹੋਏ ਨੇ। ਹੁਣ ਮੌਕੇ ਤੇ ਗੋਬਿੰਦ ਸਿੰਘ ਲੌਂਗੋਵਾਲ ਨੇ ਬਈ ਉਹੀ ਕਰਦੇ ਨੇ, ਸਾਡੀ ਕੋਈ ਦਖਲ ਅੰਦਾਜ਼ੀ ਨਹੀਂ। ਪ੍ਰਧਾਨ ਕਿਹਨੇ ਲਾਏ ਹੋਏ ਆ? ਪ੍ਰਧਾਨ ਕਿਹਨੇ ਲਾਏ ਹੋਇਆ? ਮੋਦੀ ਨੇ ਲਾਇਆ ਆ ਕੇ। ਤੇ ਜੇ ਨਹੀਂ ਲਾਏ ਤੇ ਖੁੱਲ੍ਹ ਦੇ ਦੇਵੇ, ਵੋਟਾਂ ਪਾਉਣ ਦੇਵੇ ਆਪਣੇ ਮੈਂਬਰਾਂ ਨੂੰ, ਫਿਰ ਦੇਖਾਂਗੇ ਬਾਦਲ ਪਰਿਵਾਰ ਕਿੱਥੇ ਦਿਖਦਾ ਅਗਲੇ ਦਿਨ ਹੀ। ਉਹ ਇਹ ਸਾਬਤ ਹੋ ਚੁੱਕਾ। ਇਹ ਨਾ ਕਿਸਾਨਾਂ ਦਾ ਮਿੱਤਰ, ਨਾ ਸਾਡੇ ਧਰਮ ਦਾ ਮਿੱਤਰ, ਨਾ ਸਾਡੇ ਗੁਰੂ ਦਾ ਵਫਾਦਾਰ, ਨਾ ਇਹ ਪੰਜਾਬ ਦਾ ਹਿਤੈਸ਼ੀ। ਪੰਜਾਬ ਦਾ ਸਿਰ ਮੁੰਨ ਕੇ ਤੇ ਇਹ ਪਿਓ ਪੁੱਤਾਂ ਨੇ ਤੇ ਆਪਣੇ ਕੁੜਮਾਚਾਰੀ ਨੂੰ ਭਰ ਲਿਆ ਤੇ ਅੱਜ ਸਿੱਖਾਂ ਦੀਆਂ ਵੱਡੀਆਂ ਖਾਲਸਾ ਕਾਲਜ ਵਰਗੀ ਜਾਇਦਾਦ ਸਿੱਖਾਂ ਦੇ ਹੱਥੋਂ ਨਿਕਲ ਗਈ। ਸਾਡੇ ਕੋਲ ਤੇ ਹੁਣ ਗੁਰੂ ਗ੍ਰੰਥ ਸਾਹਿਬ ਬਚਿਆ ਤੇ ਹਰਿਮੰਦਰ ਸਾਹਿਬ ਬਚਿਆ। ਜੇ ਸਿੱਖ ਸਿਆਣੇ ਹੋਣਗੇ ਤੇ ਲੈ ਲੈਣਗੇ ਤੇ ਨਹੀਂ ਤੇ ਫਿਰ ਪਛਤਾਵਾ ਹੀ ਪਛਤਾਵਾ। ਗੋਲਕਾਂ ਖਾਲੀ ਨੇ, ਭਾਂਡੇ ਮੁੱਧੇ ਪਏ ਨੇ ਇਹਦੇ ਲੰਗਰ ਦੇ। ਅਸੀਂ ਲੰਗਰਾਂ ਲਈ ਅਪੀਲਾਂ ਹੋ ਰਹੀਆਂ ਨੇ, ਅਸੀਂ ਦੇਖ ਰਹੇ ਹਾਂ, ਕਦੀ ਕਿਸੇ ਨੇ ਕੀਤੀਆਂ। ਅੱਜ ਹਜ਼ੂਰ ਸਾਹਿਬ ਕਰਦਾ, ਅੱਜ ਪੌਂਟਾ ਸਾਹਿਬ ਕਰਦਾ, ਅੱਜ ਹੇਮਕੁੰਟ ਤੋਂ ਹੋ ਰਹੀ ਆ, ਪ੍ਰਬੰਧਕ ਕਮੇਟੀ ਪਾਕਿਸਤਾਨ ਤੋਂ ਹੋ ਰਹੀ ਅਪੀਲ। ਕਿਸੇ ਲੋਕਲ ਗੁਰਦੁਆਰੇ 'ਚੋਂ ਅਪੀਲ ਹੋਈ ਦੇਖੀ ਆ? ਗੁਰੂ ਮਹਾਰਾਜ ਦੀ ਕਿਰਪਾ ਨਾਲ ਜਿਹਦੀ ਨੀਅਤ ਸਾਫ਼ ਆ ਜਿਸ ਕਮੇਟੀ ਦੇ ਲੀਡਰਾਂ ਦੀ, ਉਹਨਾਂ ਨੂੰ ਕਿਤੇ ਕੋਈ ਕਮੀ ਨਹੀਂ। ਇਹ ਭੁੱਖੀ ਨੀਤ ਦਾ ਬੰਦਾ ਸਾਨੂੰ ਇਹ ਪੱਲੇ ਪਿਆ, ਜਿਹੜਾ ਦਿੱਲੀ ਹੋਵੇ, ਪਟਨਾ ਸਾਹਿਬ ਹੋਵੇ ਤੇ ਇਹ ਅੰਮ੍ਰਿਤਸਰ ਕਮੇਟੀ ਹੋਵੇ। ਪਹਿਲੀ ਗੱਲ ਤੇ ਬੰਦਾ ਹੀ ਗੁਰਮਤੀਆ ਨਹੀਂਗਾ, ਮਨਮਤੀਆ ਤੇ ਦੁਰਾਚਾਰੀ ਬੰਦਾ ਹੈ। ਇਸ ਬੰਦੇ ਨੂੰ ਇੱਥੇ ਲੀਡਰ ਬਣਾ ਕੇ ਬਿਠਾਉਣਾ ਸਿੱਖਾਂ ਦੀ ਆਪਣੀ ਆਪ 'ਚ ਤੋਹੀਨ ਹੈ। ਸਤਿ ਸ੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ। ਮੈਂ ਅਮਨਦੀਪ ਸਿੰਘ ਮਾਝਾ। ਅੱਜ ਅਸੀਂ ਖੜ੍ਹੇ ਹਾਂ ਭਵਾਨੀਗੜ੍ਹ ਗੁਰਦੁਆਰਾ ਸਾਹਿਬ ਨੌਵੀਂ ਪਾਤਸ਼ਾਹੀ ਵਿਖੇ। ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਪਹੁੰਚੇ ਨੇ। ਉਹਨਾਂ ਨੇ ਸੰਗਤ ਨੂੰ ਸੰਬੋਧਨ ਕੀਤਾ। ਸੈਂਕੜੇ ਦੀ ਗਿਣਤੀ ਵਿੱਚ ਸੰਗਤ ਪਹੁੰਚੀ ਸੀ। ਸੋ ਸਾਡੇ ਨਾਲ ਪੰਥਕ ਅਕਾਲੀ ਲਹਿਰ ਦੇ ਮੁਖੀ ਜਥੇਦਾਰ ਰਣਜੀਤ ਸਿੰਘ ਜੀ, ਸਾਬਕਾ ਜਥੇਦਾਰ ਰਣਜੀਤ ਸਿੰਘ ਜੀ ਮੌਜੂਦ ਨੇ। ਸੋ ਉਹਨਾਂ ਨਾਲ ਕਰਦੇ ਹਾਂ ਗੱਲਬਾਤ ਕਿ ਕਿਹੜੇ ਮੁੱਦਿਆਂ 'ਤੇ ਉਹਨਾਂ ਨੇ ਸੰਗਤ ਨੂੰ ਸੰਬੋਧਨ ਕੀਤਾ ਤੇ ਆਉਣ ਵਾਲੀਆਂ ਚੋਣਾਂ, ਸ਼੍ਰੋਮਣੀ ਪ੍ਰਬੰਧਕ ਕਮੇਟੀ ਚੋਣਾਂ ਤੇ ਜੋ ਵੀ ਕਮਿਸ਼ਨਰ, ਚੀਫ ਕਮਿਸ਼ਨਰ ਗੁਰਦੁਆਰਾ ਚੋਣਾਂ ਲਈ ਨਿਯੁਕਤ ਕੀਤਾ ਗਿਆ। ਸੋ ਸਾਡੇ ਨਾਲ ਮੌਜੂਦ ਨੇ ਸਾਬਕਾ ਜਥੇਦਾਰ ਰਣਜੀਤ ਸਿੰਘ ਜੀ। ਪੰਜਾਬੀ ਲੋਕ ਚੈਨਲ ਤੇ ਸਵਾਗਤ ਹੈ ਜਥੇਦਾਰ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜਥੇਦਾਰ ਸਾਹਿਬ, ਅੱਜ ਤੁਸੀਂ ਭਵਾਨੀਗੜ੍ਹ ਵਿਖੇ ਪਹੁੰਚੇ ਹੋ, ਸੰਗਤਾਂ ਨੂੰ ਸੰਬੋਧਨ ਕੀਤਾ, ਕਿਹੜੇ ਮੁੱਦਿਆਂ ਤੇ ਕਿੰਨਾਂ ਗੱਲਾਂ ਤੇ ਕੀਤਾ? ਇੱਕ ਤਾਂ ਮੁੱਦਾ ਇਹ ਆ ਕਿ ਪ੍ਰਬੰਧਕ ਕਮੇਟੀ ਦੀਆਂ ਇਲੈਕਸ਼ਨਾਂ ਹੁਣ ਜਿਹੜੀਆਂ ਤੈਅ ਨੇ, ਸਾਡੇ ਇਲੈਕਸ਼ਨ ਕਮਿਸ਼ਨ SSR ਨੂੰ ਨਿਯੁਕਤ ਹੋ ਗਏ ਨੇ। ਉਹਨਾਂ ਦਾ ਨੋਟੀਫਿਕੇਸ਼ਨ ਜਿਵੇਂ ਜਾਰੀ ਹੋਊਗਾ ਉਹ ਸੀਟ ਤੇ ਬੈਠਣਗੇ ਤੇ ਆਰਡਰ ਕਰਨਗੇ 2 ਮਹੀਨੇ 4 ਮਹੀਨੇ ਦੇਣਗੇ ਸਰਕਾਰ ਨੂੰ ਕਿ ਇਲੈਕਸ਼ਨਾਂ ਦੇ ਵਿੱਚ ਵੋਟਾਂ ਬਣਾਈਆਂ ਜਾਣ
ਜਿਹੜੇ ਗੁਜ਼ਰ ਚੁੱਕੇ ਨੇ ਉਹਨਾਂ ਦੀਆਂ ਕੱਟੀਆਂ ਜਾਣ, ਜਿਹੜੇ ਨੌਜਵਾਨ ਉਮਰ 'ਚ ਹੋ ਗਏ ਨੇ ਉਹਨਾਂ ਦੀਆਂ ਬਣਾਈਆਂ ਜਾਣ। ਉਹਦੇ ਲਈ ਅਸੀਂ ਪ੍ਰੇਰਨਾ ਆਏ ਹਾਂ ਸਾਰੇ ਸਿੱਖਾਂ ਨੂੰ ਵੀ ਆਪਣੀ ਆਪਣੀ ਵੋਟ ਤੁਸੀਂ ਬਣਾਉਣੀ ਆ। ਅਤੇ ਜਿਹੜੇ ਵੀ ਬੱਚੇ ਜਿਹੜੇ ਲਾਪਰਵਾਹੀ ਨਾਲ ਕੇਸਾਂ ਦੀ ਬੇਅਦਬੀ ਕਰ ਰਹੇ ਨੇ, ਇਹ ਆਪਣੀ ਸਾਬਤ ਸੂਰਤ ਵਿੱਚ ਆਉਣ, ਕਿਉਂਕਿ ਵੋਟ ਜਿਹੜੀ ਬਣਨੀ ਆ ਉਹ ਸਾਬਤ ਸੂਰਤ ਸਿੱਖ ਦੀ ਪੈਣੀ ਆ। ਤੋ ਉਹਦੇ ਲਈ ਸਿੱਖੀ ਸਰੂਪ ਜ਼ਰੂਰੀ ਆ। ਤੋ ਦੂਸਰਾ ਇਹ ਕਿ ਸਾਨੂੰ ਸਾਡੀ ਸੋਚ ਜਿਹੜੀ ਆ ਉਹ ਸਿੱਖ ਸੋਚ ਆ, ਗੁਰਮਤਿ ਸੋਚ ਆ, ਉਹ ਇੱਕ ਵਿਅਕਤੀ ਨੇ ਉਹਨੂੰ ਕੈਦ ਕਰ ਰੱਖਿਆ। ਅਤੇ ਪ੍ਰਬੰਧਕ ਕਮੇਟੀ ਜਿਹੜੀ ਆ ਸਾਡੀ ਗੁਰੂ ਨਾਨਕ ਸਾਹਿਬ ਦੀ ਸੱਚੀ ਸਰਕਾਰ ਆ, ਉਹਦੇ ਪਰਉਪਕਾਰਾਂ ਦਾ ਕਿਸੇ ਗਰੀਬ ਬੱਚੇ ਨੂੰ ਫਾਇਦਾ ਨਹੀਂ ਹੋ ਰਿਹਾ, ਕਿਸੇ ਗਰੀਬ ਬੀਬੀ ਵਿਧਵਾ ਨੂੰ ਫਾਇਦਾ ਨਹੀਂ ਹੋ ਰਿਹਾ, ਕਿਸੇ ਯਾਤਰੂ ਨੂੰ ਫਾਇਦਾ ਨਹੀਂ ਹੋ ਰਿਹਾ। ਗੁਰੂ ਦਾ ਜਿਹੜਾ ਗੋਲਕ ਆ, ਜਿਹੜੀ ਅਰਬਾਂ ਰੁਪਈਆ ਜਿਹੜਾ ਸਰਮਾਇਆ, ਉਹ ਸਾਨੂੰ ਲੱਭ ਨਹੀਂ ਰਿਹਾ, ਦਿਸ ਨਹੀਂ ਰਿਹਾ ਕਿੱਥੇ ਲੱਗ ਰਿਹਾ, ਕਿਉਂਕਿ 100 ਸਾਲ ਪੁਰਾਣੀ ਸੰਸਥਾ ਜਿਹੜੀ ਆ ਅੱਜ ਉਹਦੇ ਭਾਂਡੇ ਮੁੱਧੇ ਪਏ ਨੇ, ਖਜ਼ਾਨਾ ਖਾਲੀ ਪਿਆ। ਜਿਹੜੇ 4-4 5-5 ਮਹੀਨੇ ਦੇ ਵਿੱਚ ਕਾਲਜਾਂ ਦੀ ਤਨਖਾਹ ਨਹੀਂ ਆਈ, ਸਕੂਲਾਂ ਦੀਆਂ ਟੀਚਰਾਂ ਦੀ ਤਨਖਾਹਾਂ ਨਹੀਂ ਦਿੱਤੀਆਂ ਗਈਆਂ, ਜਿਹੜੀਆਂ ਜ਼ਮੀਨਾਂ ਨੇ ਉਹ ਲੱਭਦਾ ਨਹੀਂ ਗਾ, ਲੀਜ਼ 'ਤੇ ਜਾ ਰਹੀਆਂ ਨੇ, ਵੇਚੀਆਂ ਜਾ ਰਹੀਆਂ ਨੇ। ਜਿਹੜਾ ਸਾਡਾ ਸਿਸਟਮ ਆ ਪ੍ਰਬੰਧਕ ਕਮੇਟੀ ਦਾ, ਉਹਦੇ ਨਿਜ਼ਾਮ ਦੀ ਤਾਂ ਬਦਹਾਲੀ ਹੈ ਹੀ ਹੈ। ਗੁਰੂ ਗ੍ਰੰਥ ਤੇ ਗੁਰੂ ਪੰਥ ਸੁਰੱਖਿਅਤ ਨਹੀਂ, ਸਿਧਾਂਤ ਸੁਰੱਖਿਅਤ ਨਹੀਂ। ਵੈਸੇ ਜਥੇਦਾਰ ਸਾਹਿਬ ਪਿਛਲੇ ਲੰਮੇ ਸਮੇਂ ਤੋਂ ਤਕਰੀਬਨ 10 ਸਾਲ ਤੋਂ ਇਲੈਕਸ਼ਨ ਨਹੀਂ ਹੋਈ। SGPC ਦੀ ਮੰਗ ਹੋ ਰਹੀ ਸੀ, ਤਕਰੀਬਨ 12 ਸਾਲ ਤੋਂ ਮੰਗ ਹੋ ਰਹੀ ਸੀ ਸਿੱਖਾਂ ਵੱਲੋਂ ਕਿ ਇਲੈਕਸ਼ਨ ਹੋਵੇ। ਤੁਹਾਨੂੰ ਕੀ ਲੱਗਦਾ ਵੀ ਕੀ ਇਹਦੇ ਵਿੱਚ ਰਾਜਨੀਤੀ ਹੋ ਰਹੀ ਸੀ ਜੋ ਇਲੈਕਸ਼ਨ ਨਹੀਂ ਹੋ ਰਹੀ ਸੀ? ਰਾਜਨੀਤੀ ਹੋਰ ਧਰਮ ਤੇ ਹੈ ਹੀ ਨਹੀਂ ਸੀ ਕਿਤੇ। ਧਾਰਮਿਕ ਪੰਖ ਕੱਲ੍ਹ ਉੱਡ ਰਿਹਾ, ਖੰਭ ਲਾ ਕੇ ਉੱਡ ਗਿਆ। ਇਹ ਸਾਡੇ ਲੀਡਰ ਨੂੰ ਇੱਥੇ ਸਥਾਪਿਤ ਰੱਖਣ ਲਈ ਤੇ ਇਸ ਲੀਡਰ ਦੇ ਥਰੂ ਸਿੱਖ ਸੋਚ ਨੂੰ ਸੈਂਟਰ ਜਿਹੜਾ ਆਪਣੀ ਗੁਲਾਮੀ 'ਚ ਰੱਖਣ ਲਈ ਇਹ ਪ੍ਰਬੰਧਕ ਕਮੇਟੀ ਉਹਦੇ ਸਿਸਟਮ ਦੇ ਨਾਲ ਉਹਨੂੰ ਦਿੰਦਾ। ਇਲੈਕਸ਼ਨ ਕਮਿਸ਼ਨ ਉਹਦੀ ਮਰਜ਼ੀ ਦਾ ਥਾਪਦਾ, ਵੋਟ ਉਹਦੀ ਬਣਦੀ ਸੀ ਜਿਹਦੀ ਬਾਦਲ ਚਾਹੁੰਦਾ ਸੀ, ਦੂਸਰੇ ਸਿੱਖ ਦੀ ਵੋਟ ਨਹੀਂ ਸੀ ਬਣਦੀ। ਇਹੀ ਵਜ੍ਹਾ ਕਿ 23 ਕੁ ਲੱਖ ਸਿੱਖ ਵੋਟ ਚੁਣਦੇ ਸੀਗੇ ਇਲੈਕਸ਼ਨ ਦੀ ਰਾਹੀਂ, ਵੋਟਾਂ ਰਾਹੀਂ ਪ੍ਰਬੰਧਕ ਕਮੇਟੀ ਨੂੰ ਉਹਦਾ ਹਾਊਸ ਚੁਣਦੇ ਸੀ। ਤੋ ਜਦ ਕਿ 23 ਲੱਖ ਦੇ ਕਰੀਬ ਤੇ ਇੱਕ MP ਦੇ ਇਲੈਕਸ਼ਨ 'ਚ ਵੋਟ ਹੁੰਦੀ ਆ, ਤਾਂ ਅਸੀਂ ਦੇਖਦੇ ਹਾਂ। ਤੋ ਬਾਕੀ ਜਿਹੜੀ ਵੋਟ ਪਾਉਣ ਦਾ ਅਧਿਕਾਰ ਹੀ ਨਹੀਂ ਮਿਲਣਾ, ਅਤੇ ਉਹ ਕੁਦਰਤੀ ਹੈ ਕਿ ਬਾਦਲ ਕੋਲ ਜਾਊਗੀ। ਬਾਦਲ ਇਹ ਸਮਾਂ ਦੱਸਦਾ ਸੀ ਕਿ ਕਦੋਂ ਕਰਾਈਆਂ ਜਾਣ, ਕਿਸ ਤਰੀਕੇ ਨਾਲ ਕਰਾਈਆਂ ਜਾਣ। ਧੋਖੇ ਦੇ ਵਿੱਚ ਲਿਆ ਕੇ ਵੋਟਾਂ ਪਹਿਲਾਂ ਬਣ ਜਾਂਦੀਆਂ ਸੀ ਅਤੇ ਉਹ ਤੋਂ ਬਾਅਦ ਫਿਰ ਚੁੱਪ ਹੋ ਜਾਂਦੇ ਸੀ। ਫਿਰ ਇਲੈਕਸ਼ਨ ਇਮੀਡੀਏਟਲੀ ਡਿਕਲੇਅਰ ਹੁੰਦੀ ਸੀ 20 ਦਿਨ ਦਾ ਪਾ ਕੇ, ਅੱਗੇ ਕੋਈ ਬਾਹਰੋਂ ਨਹੀਂ ਸੀ ਵੱਜਦਾ। ਹੁਣ ਅਸੀਂ 3 ਸਾਲ ਤੋਂ ਲੱਗੇ ਹੋਏ ਹਾਂ ਪੰਥਕ ਅਕਾਲੀ ਲਹਿਰ ਦੇ ਰੂਪ ਵਿੱਚ ਧਾਰਮਿਕ ਪਾਰਟੀ ਬਣਾ ਕੇ, ਅਤੇ ਪਿੰਡ ਜਾ ਰਹੇ ਹਾਂ, ਲੋਕਾਂ ਨੂੰ ਸੁਚੇਤ ਕਰ ਰਹੇ ਹਾਂ। ਹੁਣ ਸਾਨੂੰ ਕੋਈ ਚਿੰਤਾ ਨਹੀਂ। ਹੁਣ ਭਾਵੇਂ ਕੱਲ੍ਹ ਨੂੰ ਇਲੈਕਸ਼ਨ ਡਿਕਲੇਅਰ ਹੋ ਜਾਣ, ਅਸੀਂ ਸਮਰੱਥਾ ਸਾਡੇ 'ਚ ਲੜਨ ਦੀ, ਅਤੇ ਅਸੀਂ ਲੜਾਂਗੇ ਅਤੇ ਪ੍ਰਕਾਸ਼ ਸਿੰਘ ਬਾਦਲ ਨੂੰ ਬਾਹਰ ਦਾ ਰਸਤਾ ਦਿਖਾਵਾਂਗੇ। ਇਹ ਜਿਹਨੇ ਗੁਰੂ ਘਰ ਦਾ ਨੁਕਸਾਨ ਕੀਤਾ, ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਕੀਤਾ, ਗੁਰੂ ਦੀ ਗੋਲਕ ਨੂੰ ਆਪਣੇ ਨਿੱਜ ਲਈ ਵਰਤਿਆ, ਪਰਿਵਾਰ ਲਈ ਵਰਤਿਆ, ਆਪਣੇ ਕੁੜਮਾਂ ਦੀ ਵਰਤਿਆ, ਅਤੇ ਅਕਾਲੀ ਦਲ ਆਪਣੇ ਕੁੜਮਾਂ ਦਾ ਹੀ ਬਣਾ ਛੱਡਿਆ। ਤੋ ਸੰਗਤ ਨੂੰ ਜਾਂ ਸੰਗਤ ਤੋਂ ਬੇਮੁਖ ਹੋਏ ਬੰਦੇ ਨੇ 5 ਪਿਆਰਿਆਂ ਨੂੰ ਆਪਣਾ ਨੌਕਰ ਬਣਾ ਕੇ ਜਿਹੜਾ ਮਿਸਯੂਜ ਕੀਤਾ ਅਕਾਲ ਤਖਤ ਦਾ, ਉਹ ਅਸੀਂ ਹੁਣ ਉਹਦਾ ਹਿਸਾਬ ਲੈਣ ਦਾ ਸਮਾਂ ਆ ਗਿਆ। ਅਸੀਂ ਉਹਨੂੰ ਉਸ ਖਿੱਤੇ 'ਚੋਂ, ਉਸ ਫੀਲਡ 'ਚੋਂ ਬਾਹਰ ਕਰਾਂਗੇ। ਵੈਸੇ ਤੁਸੀਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨਿਯੁਕਤ ਕੀਤੇ ਗਏ ਸੀ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਨਹੀਂ ਕੀਤੇ ਸੀ ਉਦੋਂ, ਅਤੇ ਉਸ ਤੋਂ ਬਾਅਦ ਬਰਖਾਸਤ ਸੀ, ਮਤਲਬ ਤੁਹਾਨੂੰ ਕੁਰਸੀ ਤੋਂ ਹਟਾਇਆ ਗਿਆ। ਕੀ ਉਹ ਪੂਰੀ ਕੀ ਕਹਾਣੀ ਆ? ਬਾਦਲ ਜਿਹੜਾ ਨਾ, ਉਹ ਨਿਯੁਕਤ ਕਰਨ ਵਾਲਾ ਕੌਣ ਹੁੰਦਾ? ਇਹ ਪ੍ਰਬੰਧਕ ਕਮੇਟੀ ਨੇ, ਐਗਜ਼ੈਕਟਿਵ ਨੇ ਮੈਨੂੰ ਨਿਯੁਕਤ ਕੀਤਾ ਸੀ, ਅਤੇ ਜਰਨਲ ਹਾਊਸ ਨੇ ਉਹਦੀ ਪ੍ਰਵਾਨਗੀ ਦਿੱਤੀ। ਉਹਦੇ ਬਾਅਦ ਸਮੁੱਚੀ ਸੰਗਤ ਦੇ ਵਿੱਚ ਜਿੰਨੀਆਂ ਵੀ ਸਾਡੀਆਂ ਸੰਪਰਦਾਵਾਂ ਨੇ, ਉਹਨਾਂ ਨੇ ਮੈਨੂੰ ਸਨਮਾਨ ਦੇ ਕੇ ਅਕਾਲ ਤਖਤ ਸਾਹਿਬ 'ਤੇ ਬਿਠਾਇਆ। ਪਰ ਜਦੋਂ ਲਾਇਆ, ਉਦੋਂ ਲਾਇਆ CM ਨੇ, ਪੰਜਾਬ ਦੇ CM ਨੇ, ਐਜ਼ CM ਪ੍ਰਕਾਸ਼ ਸਿੰਘ ਬਾਦਲ ਨੇ, ਅਤੇ ਲਵਾਇਆ, ਬਹਾਨਾ ਬਣਾਇਆ ਉਹਦਾ ਜੁਡੀਸ਼ੀਅਲ ਕਮਿਸ਼ਨ ਦਾ। ਜੁਡੀਸ਼ੀਅਲ ਕਮਿਸ਼ਨ ਆਰਡਰ ਕਰ ਰਿਹਾ ਕਿ ਮੀਟਿੰਗ ਕੀਤੀ ਜਾਵੇ, ਰਣਜੀਤ ਸਿੰਘ ਨੂੰ ਦੇਖਿਆ ਜਾਵੇ। ਆਹ ਬਹਾਨਾ ਬਣਾਇਆ। ਕੋਈ ਆਰੋਪ, ਕੋਈ ਸਾਬਤ ਹੋਇਆ ਹੋਵੇ, ਕੋਈ ਵਜ੍ਹਾ ਹੋਵੇ, ਅਤੇ ਉਹਦੇ ਬਾਵਜੂਦ ਵੀ ਜਿਹੜਾ ਜਥੇਦਾਰ ਅਕਾਲ ਤਖਤ ਹੈ, ਇਹ ਪਦਵੀ ਆ। ਜਿਹੜਾ ਇਲੈਕਸ਼ਨ ਕਮਿਸ਼ਨ ਹੈ, ਇਹ ਸਰਕਾਰੀ ਏਜੰਟ ਆ। ਸਰਕਾਰੀ ਏਜੰਟ ਪਦਵੀ ਨੂੰ ਹੱਥ ਪਾ ਲਵੇ ਅਤੇ ਕੌਮ ਦੇ ਪੱਲੇ ਕੀ ਆ? ਪਰ ਕੌਮ ਸੁੱਤੀ ਪਈ ਸੀ, ਕੁੰਭ ਕਰਨ ਦੀ ਨੀਂਦ, ਉਹ ਸਤਾ ਦੇ ਵਿੱਚ ਨਸ਼ੇ 'ਚ ਪਾਗਲ ਹੋ ਚੁੱਕਾ ਸੀ। ਹੁਣ ਉਹਦਾ ਨਸ਼ਾ ਲੱਥਾ ਹੈ, ਉਹ ਮੁੱਦੇ ਮੂੰਹ ਪਿਆ ਮੰਜੇ 'ਤੇ, ਉਹਦਾ ਅਕਾਲੀ ਦਲ ਲੱਭਦਾ ਨਹੀਂ, ਉਹਦੇ ਪਰਿਵਾਰ ਨੂੰ ਸੋਝੀ ਨਹੀਂ ਆਉਂਦੀ ਕਰੀਏ ਕੀ ਨਾ ਕਰੀਏ। ਹੁਣ ਗਿਆਨੀ ਨੂੰ ਸਲਾਹ ਦਿੱਤੀ ਆ, ਹਰਪ੍ਰੀਤ ਸਿੰਘ ਨੂੰ, ਵੀ ਕੌਮ ਨੂੰ ਬੁੱਧੂ ਬਣਾ ਕਿਸੇ ਤਰੀਕੇ 'ਤੇ ਅਕਾਲ ਤਖਤ 'ਤੇ ਸੱਦ ਲੀਡਰਾਂ ਨੂੰ, ਅਤੇ ਉਹਨਾਂ ਨੂੰ ਕਹੋ ਹੁਣ ਏਕਤਾ ਕਰੋ। ਪੰਥ 'ਤੇ ਭੀੜ ਬਣ ਗਈ ਆ। ਇਹ ਪੰਥ ਇਸ ਉਲਝਣ 'ਚੋਂ ਤਾਂ ਹੀ ਨਿਕਲੂ ਜੇ ਏਕਤਾ ਹੋਊਗੀ, ਅਤੇ ਤਰ੍ਹਾਂ ਦੀਆਂ ਵੰਨਗੀਆਂ ਦੇ ਕੇ ਅਤੇ ਸਿਧਾਂਤ
ਤੇ ਕਾਲ ਤਖਤ ਦੇ ਉੱਤੇ ਲਿਆ ਕੇ ਤੇ ਬਾਦਲ ਪਰਿਵਾਰ ਦੀ ਤਾਬਿਆ ਕਰ ਸਾਰੀ ਕੌਮ ਨੂੰ। ਇਹ ਹੁਣ ਉਹਦੀ ਡਿਊਟੀ ਲੱਗੀ ਆ। ਉਹ 'ਚੋਂ ਕਿੰਨਾ ਕਾਮਯਾਬ ਹੁੰਦਾ ਹੈ, ਕਿੰਨਾ ਨਹੀਂ ਹੁੰਦਾ, ਇਹ ਪ੍ਰਮਾਤਮਾ ਜਾਣੇ। ਵੈਸੇ ਪ੍ਰੈਸ ਵੱਲੋਂ ਸਵਾਲ ਪੁੱਛੇ ਜਾਂਦੇ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੋਂ ਕਿ ਤੁਹਾਡੀ ਦਖਲ ਆ ਤੁਹਾਡਾ ਸ਼੍ਰੋਮਣੀ ਪ੍ਰਬੰਧਕ ਕਮੇਟੀ 'ਚ। ਉਹ ਦਾਖਲ ਕਹਿੰਦੇ ਨੇ ਵੀ ਨਹੀਂ ਜੀ, ਉੱਥੇ ਤਾਂ ਪ੍ਰਧਾਨ ਲਾਏ ਹੋਏ ਨੇ, ਹੁਣ ਮੌਕੇ ਤੇ ਗੋਬਿੰਦ ਸਿੰਘ ਲੌਂਗੋਵਾਲ ਨੇ, ਬਈ ਉਹੀ ਕਰਦੇ ਨੇ, ਸਾਡੀ ਕੋਈ ਦਖਲ ਅੰਦਾਜ਼ੀ ਨਹੀਂ। ਪ੍ਰਧਾਨ ਕਿਹਨੇ ਲਾਏ ਹੋਏ ਆ? ਪ੍ਰਧਾਨ ਕਿਹਨੇ ਲਾਏ ਹੋਇਆ? ਮੋਦੀ ਨੇ ਲਾਇਆ ਆ ਕੇ। ਇਹ ਪ੍ਰਧਾਨ ਇਹਦੀ ਜੇਬ 'ਚੋਂ ਨਿਕਲਦਾ, ਜਥੇਦਾਰ ਇਹਦੀ ਜੇਬ 'ਚੋਂ ਨਿਕਲਦਾ। ਤੇ ਜੇ ਨਹੀਂ ਲਾਏ ਤੇ ਖੁੱਲ੍ਹ ਦੇ ਦੇਵੇ, ਵੋਟਾਂ ਪਾਉਣ ਦੇਵੇ ਆਪਣੇ ਮੈਂਬਰਾਂ ਨੂੰ, ਫਿਰ ਦੇਖਾਂਗੇ ਬਾਦਲ ਪਰਿਵਾਰ ਕਿੱਥੇ ਦਿਖਦਾ ਅਗਲੇ ਦਿਨ ਹੀ। ਸ਼੍ਰੋਮਣੀ ਪ੍ਰਬੰਧਕ ਕਮੇਟੀ 'ਚ ਰਾਜਨੀਤੀ ਦਾ ਬੋਲਬਾਲਾ ਪੂਰਾ ਬਹੁਤ ਜ਼ਿਆਦਾ ਜਾਂ ਕਿੰਨਾ? ਰਾਜਨੀਤੀ ਨਹੀਂ, ਗੁਲਾਮੀ ਦਾ ਸੰਗਲ ਆ। ਇੱਕ ਸੰਗਲ ਪਾ ਕੇ ਰੱਖਿਆ ਹੋਇਆ ਉਹਨੇ, ਬਾਦਲ ਨੇ ਕਬਜ਼ੇ 'ਚ ਕੀਤਾ ਅਕਾਲੀ ਦਲ। ਤੇ ਅਕਾਲੀ ਦਲ ਨੂੰ ਕਬਜ਼ੇ 'ਚ ਰੱਖਣ ਦੀ ਬਜਾਏ ਸਰਕਾਰ ਇਹਦੀ ਸੀ, ਸੈਂਟਰ 'ਚ ਇਹਦੇ ਚਹੇਤਿਆਂ ਦੀ ਆ ਗਈ। ਉਹਦੀ ਵਜ੍ਹਾ ਨੇ ਵੱਡੇ ਵੱਡੇ ਲੀਡਰ ਲੀਹ ਤੋਂ ਲਾਤੇ, ਆਪਣਾ ਉੱਲੂ ਸਿੱਧਾ ਕਰ ਲਿਆ। ਪਰ ਜਿੰਨੀ ਦੇਰ ਸੱਤਾ ਸੀ ਚੱਲ ਗਈ, ਹੁਣ ਸੱਤਾ ਨਹੀਂ ਮਿਲਣੀ ਇਹਨੂੰ। ਇਹ ਸੱਤਾ ਹੁਣ ਜਿਹੜੀ ਸਿੱਖ ਬੱਚੇ ਮਰਵਾਉਣ ਲਈ, ਭੱਠੀ 'ਚ ਪਾਉਣ ਲਈ ਸਿੱਖਾਂ ਕੋਲ ਹੈ ਨਹੀਂ ਗੇ। ਹੁਣ ਅਕਾਲ ਤਖਤ ਹੈ ਨਹੀਂ ਗਾ ਢਵਾਉਣ ਲਈ। ਹੁਣ ਜਿਹੜੀ ਸਾਡੀ ਆਬਰੂ ਰੁਲੀ, ਉਹ ਸਿੱਖਾਂ ਨੇ ਹੁਣ ਨਹੀਂ ਰੁਲਣ ਦੇਣੀ। ਹੁਣ ਇਹ ਕਿਤੇ ਸੁਪਨੇ 'ਚ ਨਾ ਸੋਚੇ ਕਿ ਇਹਨੂੰ ਸੱਤਾ ਮਿਲ ਜੂ ਜਾਂ ਇਹਦੇ ਪੁੱਤਰ ਨੂੰ ਸੱਤਾ ਮਿਲ ਜੂ। ਹੁਣ ਤੇ ਇਹਦੇ ਦਿਨ ਆਏ ਨੇ ਹਿਸਾਬ ਕਿਤਾਬ ਦੇਣ ਦੇ। ਗੱਠਜੋੜ ਟੁੱਟਿਆ, ਟੁੱਟਣ ਤੋਂ ਬਾਅਦ ਐਸਐਸ ਸਾਰੋਂ ਚੀਫ ਕਮਿਸ਼ਨਰ ਗੁਰਦੁਆਰਾ ਚੋਣਾਂ ਨਿਯੁਕਤ ਕੀਤੇ ਗਏ। ਤੁਹਾਨੂੰ ਕੀ ਲੱਗਦਾ ਗੱਠਜੋੜ ਟੁੱਟਣ ਨਾਲ ਫਾਇਦਾ ਹੋਇਆ, ਹੁਣ ਆਜ਼ਾਦ ਹੋਊ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ? ਇਹ ਕੁਦਰਤੀ ਤਰੀਕੇ ਨਾਲ ਸਿੱਖ ਕੌਮ ਨੂੰ ਨਜਾਤ ਮਿਲੀ ਆ, ਫਾਇਦਾ ਹੋਇਆ। ਇਹ ਹਰੇਕ ਸਮੇਂ, ਹਰੇਕ ਹਿਸਟਰੀ ਦੇ ਵਿੱਚ ਅਸੀਂ ਦੇਖਦੇ ਹਾਂ। ਜਦੋਂ ਇੱਕ ਵਾਰੀ ਬਹਾਦਰ ਸ਼ਾਹ ਦਿੱਲੀ ਤੋਂ ਲਾਹੌਰ ਗਿਆ ਤੇ ਬੰਦਾ ਸਿੰਘ ਬਹਾਦਰ ਨੂੰ ਘੇਰ ਲਿਆ। ਉਹ ਬੰਦਾ ਸਿੰਘ ਬਹਾਦਰ ਨਿਕਲ ਗਿਆ ਤੇ ਇਹ ਲਾਹੌਰ ਗਿਆ, ਉੱਥੇ ਇਹਦੀ ਮੌਤ ਹੋ ਗਈ। ਜਦੋਂ ਇਹਦੀ ਮੌਤ ਹੋ ਗਈ ਤੇ ਉਦੋਂ ਝਗੜਾ ਪੈ ਗਿਆ ਸਾਹਿਬਜ਼ਾਦਿਆਂ 'ਚ, ਇਹਦੇ ਸ਼ਹਿਜ਼ਾਦਿਆਂ 'ਚ। ਜਦੋਂ ਝਗੜਾ ਪੈ ਗਿਆ ਤੇ ਉਦੋਂ ਫਿਰ ਸਿੱਖਾਂ ਨੇ ਇਹਨਾਂ ਦੀ ਫੌਜ ਨੂੰ ਲੁੱਟਿਆ, ਉਹਨਾਂ ਦੇ ਹਥਿਆਰ ਲੁੱਟੇ, ਉਹਨਾਂ ਦੇ ਘੋੜੇ ਲੁੱਟੇ, ਆਪਣੇ ਆਪ ਨੂੰ ਮਜ਼ਬੂਤ ਕੀਤਾ। ਇਹ ਮੌਕੇ ਮਿਲਦੇ ਹੁੰਦੇ ਨੇ ਕੁਦਰਤੀ। ਇਹ ਸਾਨੂੰ ਕੁਦਰਤੀ ਮੌਕਾ ਮਿਲਿਆ। ਇੱਕ ਭਾਜਪਾ ਤੇ ਇੱਕ ਅਕਾਲੀਆਂ ਦੀ ਜਿਹੜੀ ਗੈਰ ਸਿਧਾਂਤਕ ਅਪਰੋਚ ਸੀ ਤੇ ਸਿਧਾਂਤ ਤੋਂ ਉਲਟ ਉਹਨਾਂ ਦਾ ਗਠਬੰਧਨ ਸੀ, ਉਹ ਉਸੇ ਤਰੀਕੇ ਨਾਲ ਟੁੱਟਾ ਤੇ ਕੌਮ ਨੂੰ ਉਹ 'ਚੋਂ ਸੁੱਖ ਦਾ ਸਾਹ ਮਿਲਿਆ। 2015 'ਚ ਬੇਅਦਬੀ ਹੋਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਜੀ। ਉਸ ਤੋਂ ਪਹਿਲਾਂ 1978 'ਚ ਬੇਅਦਬੀ ਹੋਈ ਸੀ, ਜਾਂ ਤੁਸੀਂ ਜਦੋਂ ਉਦੋਂ ਬਹੁਤ ਵੱਡਾ ਇੱਕ ਉਹ ਹੋਇਆ, ਉਹਦੇ ਬਾਰੇ ਥੋੜ੍ਹਾ ਚਾਨਣਾ ਪਾਓ। ਉਹਦੇ ਬਾਰੇ ਚਾਨਣਾ ਮੈਂ ਕੀ ਪਾਉਣਾ ਹੈ? 78 ਤੋਂ ਪਹਿਲਾਂ ਇਹਨੇ ਅਕਾਲੀ ਸਰਕਾਰ ਤੋੜ ਕੇ ਆਪ ਮਿਨਿਸਟਰ ਬਣਿਆ, ਗੁਰਨਾਮ ਸਿੰਘ ਦੀ ਸਰਕਾਰ ਤੋੜ ਕੇ, ਕਾਂਗਰਸ ਦੀ ਸਹਾਇਤਾ ਨਾਲ। ਕਾਂਗਰਸ ਦੀ ਸਹਾਇਤਾ ਨਾਲ ਹੀ ਇਹ MLA ਸਭ ਤੋਂ ਪਹਿਲਾਂ ਬਣਿਆ। ਕਾਂਗਰਸ ਦੇ ਵਿੱਚ ਹੀ ਇਹ ਕਾਂਗਰਸੀਆਂ ਘਰ ਹੀ ਇਹਨੇ ਪੁੱਤਰ ਧੀਆਂ ਵਿਆਹੇ। ਕਾਂਗਰਸੀਆਂ ਨੂੰ ਹੀ ਇਹਨੇ ਵਜ਼ੀਰੀਆਂ ਤੇ MP ਦੀਆਂ ਸੀਟਾਂ ਬਖਸ਼ੀਆਂ, ਅਕਾਲੀਆਂ ਦੇ ਸਿਰ ਵੱਢੇ। ਫਿਰ ਇਹਨੇ ਗੁਰੂ ਘਰ ਦਾ ਖਾ ਕੇ ਤੇ ਗੁਰੂ ਡੰਮ ਨੂੰ ਪਾਲਿਆ, ਨਿਰੰਕਾਰੀਆਂ ਨੂੰ ਤੇ ਇਹ ਜਿਹੜੇ ਸੱਚੇ ਸੌਦੇ ਵਾਲੇ ਨੂੰ, ਇਹਨੂੰ ਨੂਰ ਮਹਿਲੀਏ ਨੂੰ, ਜਿਹੜੇ ਇਹਨਾਂ ਨੇ ਮਰਡਰ ਕੀਤੇ ਸਿੱਖਾਂ ਦਾ ਕਤਲੇਆਮ ਕੀਤਾ, ਉਹਨਾਂ ਦਾ ਇਹ ਬਾਦਲ ਸ਼ਰਨਦਾਤਾ ਬਣਿਆ ਤੇ ਬਚਾਇਆ। ਆਪਣੇ ਸਿੱਖ ਦਾ ਕਿਸੇ ਦੀ ਇਹਨੇ ਬਾਂਹ ਨਹੀਂ ਫੜੀ। ਜਿਹੜੇ ਨਿਰੰਕਾਰੀ ਮਰਡਰ ਕੇਸ ਦੇ ਵਿੱਚ 13 ਸਿੱਖ ਮਰੇ ਸੀਗੇ, ਜਿਹੜੇ ਨਿਰੰਕਾਰੀ ਤੇ ਸਿੱਖ ਝੜਪ ਦੇ ਵਿੱਚ ਸਿੱਖ ਮਰੇ ਸੀ 13, ਉਹ ਮਾਰੇ ਸੀ ਨਿਰੰਕਾਰੀਆਂ ਨੇ। ਇਹਨਾਂ ਨੂੰ ਇੱਕ ਦਿਨ ਦੀ ਵੀ ਸਜ਼ਾ ਨਹੀਂ ਹੋਈ। ਕੇਸ ਨਹੀਂ ਚੱਲਿਆ ਪੰਜਾਬ 'ਚ, ਕੇਸ ਚੱਲਿਆ ਕਰਨਾਲ, ਉਹ ਸਾਲ 'ਚ ਬਰੀ ਹੋ ਗਏ। ਉਹਦੇ ਖਿਲਾਫ ਜਿਹੜੀ ਅਪੀਲ ਕਰਨੀ ਹੁੰਦੀ ਉਹ ਇਸ ਭੱਦਰ ਪੁਰਸ਼ ਨੇ ਨਹੀਂ ਕੀਤੀ, ਕਿਉਂਕਿ ਇਹ CM ਸੀ, ਇਹਦਾ ਅਧਿਕਾਰ ਸੀਗਾ ਉਹ ਸਾਈਨ ਕਰਨ ਦਾ, ਇਹਨੇ ਨਹੀਂ ਕੀਤਾ। ਉਹ ਤੋਂ ਅਸੀਂ ਵਿਰਵੇ ਹੋ ਗਏ, ਅਸੀਂ ਉਹ ਜਸਟਿਸ ਨਹੀਂ ਲੈ ਸਕੇ, ਨਾ ਹਾਈ ਕੋਰਟ ਸਾਡੀ ਅਪੀਲ ਗਈ। ਉਹਦੇ ਬਾਅਦ ਰਾਮ ਰਹੀਮ ਨੇ ਸਾਡੇ ਕਿੰਨੇ 4 ਬੱਚੇ ਮਾਰੇ ਨੇ, ਇਹਦੇ ਰਾਜ 'ਚ ਮਾਰੇ ਨੇ। ਰਾਮ ਰਹੀਮ ਨੇ ਸਵਾਂਗ ਰਚਾਇਆ ਦਸਮ ਪਾਤਸ਼ਾਹ ਦਾ, ਉਹਦਾ ਕੇਸ ਸੀਗਾ ਬਣਿਆ ਪੰਜਾਬ ਸਰਕਾਰ ਵੱਲੋਂ, ਉਹ ਇਹਨੇ ਵਾਪਸ ਲਿਆ। ਤੋ ਸਾਰਾ ਕੁਝ ਦੁਨੀਆ ਦੇ ਸਾਹਮਣੇ, ਅੱਖਾਂ ਸਾਹਮਣੇ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਦਾ ਸ਼ਰਨਦਾਤਾ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਰੋਸ ਵਿੱਚ ਬੈਠੇ ਬੱਚਿਆਂ 'ਤੇ ਗੋਲੀਆਂ ਚਲਾਉਣ ਵਾਲਾ ਜਿਹੜਾ ਅੱਜ ਇਹਨਾਂ ਦਾ ਜਰਨੈਲ ਆ, ਤੇ ਉਹਨੂੰ ਇਹ ਸਰੋਪੇ ਦੇ ਰਹੇ ਨੇ ਸੈਂਟਰ ਉੱਥੋਂ ਪ੍ਰਬੰਧਕ ਕਮੇਟੀ 'ਚੋਂ, ਤੇ ਉਹਨਾਂ ਨੂੰ ਇਹ ਆਪਣਾ ਜਨਰਲ ਬਣਾ ਰਹੇ ਨੇ। ਤੋ ਇਹ ਸਾਬਤ ਹੋ ਚੁੱਕਾ, ਇਹ ਨਾ ਕਿਸਾਨਾਂ ਦਾ ਮਿੱਤਰ, ਨਾ ਸਾਡੇ ਧਰਮ ਦਾ ਮਿੱਤਰ, ਨਾ ਸਾਡੇ ਗੁਰੂ ਦਾ ਵਫਾਦਾਰ, ਨਾ ਇਹ ਪੰਜਾਬ ਦਾ ਹਿਤੈਸ਼ੀ। ਪੰਜਾਬ ਦਾ ਸਿਰ ਮੁੰਨ ਕੇ ਤੇ ਇਹ ਪਿਓ ਪੁੱਤਾਂ ਨੇ ਤੇ ਆਪਣੇ ਕੁੜਮਾਚਾਰੀ ਨੂੰ ਭਰ ਲਿਆ, ਤੇ ਅੱਜ ਸਿੱਖਾਂ ਦੀਆਂ ਵੱਡੀਆਂ ਖਾਲਸਾ ਕਾਲਜ ਵਰਗੀ ਜਾਇਦਾਦ ਸਿੱਖਾਂ ਦੇ ਹੱਥੋਂ ਨਿਕਲ ਗਈ, ਉਹ ਵੀ ਲੈ ਗਏ ਤੇ ਕੁੜਮਾ। ਹਾਂਜੀ, ਸਾਡੇ ਕੋਲ ਤੇ ਹੁਣ ਗੁਰੂ ਗ੍ਰੰਥ ਸਾਹਿਬ ਬਚਿਆ ਤੇ ਹਰਿਮੰਦਰ ਸਾਹਿਬ ਬਚਿਆ। ਜੇ ਸਿੱਖ ਸਿਆਣੇ ਹੋਣਗੇ ਤੇ ਲੈ ਲੈਣਗੇ, ਤੇ ਨਹੀਂ ਤੇ ਫਿਰ ਪਛਤਾਵਾ ਹੀ ਪਛਤਾਵਾ। SGPC ਦੀ ਦੁਰਵਰਤੋਂ ਹੋ ਰਹੀ ਆ, ਪੈਸੇ ਦੀ ਦੁਰਵਰਤੋਂ ਵੱਡੇ ਲੈਵਲ 'ਤੇ ਹੋ ਰਹੀ ਆ। ਤੁਹਾਡੀਆਂ ਵੀ ਇੰਟਰਵਿਊ ਸੁਣੀਆਂ ਨੇ, ਕੀ ਕਹੋਗੇ? ਦੇਖੋ, ਇੱਕ ਸ਼ਾਮਿਆਨਾ ਹੈ ਤੇ ਉਹਦੇ ਵਿੱਚ 12 ਕਰੋੜ ਰੁਪਈਆ
ਉਹਦਾ ਬਿੱਲ ਆ ਰਿਹਾ, ਉਹਦਾ ਟੈਂਡਰ ਪਾਸ ਕਰ ਰਹੇ ਨੇ। 12 ਕਰੋੜ ਰੁਪਏ ਦਾ ਇੱਕ ਸ਼ਾਮਿਆਨਾ ਲੱਗੇ ਅਤੇ ਪ੍ਰਬੰਧਕ ਕਮੇਟੀ ਉਹਦਾ ਬਿੱਲ ਦੇਵੇ, ਅਤੇ ਦੇਵੇ ਵੀ PTC ਨੂੰ, ਜਿਹੜੀ ਬਾਦਲ ਦਾ ਚੈਨਲ ਆ। ਅਤੇ ਅਸੀਂ ਕੀ ਮਹਿਸੂਸ ਕਰਾਂਗੇ, ਕੀ ਅਸੀਂ ਕਿਸ ਨੂੰ ਕਹਾਂਗੇ? ਤੋ ਇਹ ਬੜੇ ਬੁਰੀ ਤਰੀਕੇ ਨਾਲ ਗੁਰੂ ਦਾ ਖਜ਼ਾਨਾ ਲੁੱਟਿਆ। ਅੱਜ ਸਦੀਆਂ ਦਾ ਖਜ਼ਾਨਾ ਜਿਹੜਾ ਅੱਜ ਸਾਡੀ ਸਰਕਾਰ ਕੋਲ ਇੰਨੀ ਸਮਰੱਥਾ ਹੋਣੀ ਚਾਹੀਦੀ ਸੀ ਕਿ ਅਸੀਂ ਜਿੰਨੇ ਵੀ ਸਾਡੇ ਮਸਲੇ ਨੇ, ਜਿੰਨਾ ਵੀ ਸਾਡਾ ਕੌਮ ਦੇ ਉੱਤੇ ਬੋਝ ਆ, ਜਾਂ ਗਰੀਬ ਬੱਚਿਆਂ ਦੀ ਸਾਡੀ ਪੜ੍ਹਾਈ ਦਾ ਮਸਲਾ, ਜਾਂ ਇਲਾਜ ਲਈ ਹੌਸਪੀਟਲ ਚਾਹੀਦੇ ਨੇ, ਜਾਂ ਸਾਨੂੰ ਕੋਈ ਰੱਖ ਰਖਾਵ ਲਈ ਪੈਸਾ ਚਾਹੀਦਾ, ਅਤੇ ਹੋਣਾ ਚਾਹੀਦਾ ਸੀ, ਸਾਡੇ ਕੋਲ ਜਮ੍ਹਾਂ ਹੋਣਾ ਚਾਹੀਦਾ ਸੀ, ਬਟ ਹੈ ਨਹੀਂ। ਅੱਜ ਖਾਲੀ ਆ, ਗੋਲਕਾਂ ਖਾਲੀ ਨੇ, ਭਾਂਡੇ ਮੁੱਧੇ ਪਏ ਨੇ ਇਹਦੇ ਲੰਗਰ ਦੇ। ਅਸੀਂ ਲੰਗਰਾਂ ਲਈ ਅਪੀਲਾਂ ਹੋ ਰਹੀਆਂ ਨੇ, ਅਸੀਂ ਦੇਖ ਰਹੇ ਹਾਂ, ਕਦੀ ਕਿਸੇ ਨੇ ਕੀਤੀਆਂ? ਅੱਜ ਹਜ਼ੂਰ ਸਾਹਿਬ ਕਰਦਾ, ਅੱਜ ਪੌਂਟਾ ਸਾਹਿਬ ਕਰਦਾ, ਅੱਜ ਹੇਮਕੁੰਟ ਤੋਂ ਹੋ ਰਹੀ ਆ, ਪ੍ਰਬੰਧਕ ਕਮੇਟੀ ਪਾਕਿਸਤਾਨ ਤੋਂ ਹੋ ਰਹੀ ਹੈ ਅਪੀਲ, ਕਿਸੇ ਲੋਕਲ ਗੁਰਦੁਆਰੇ 'ਚੋਂ ਅਪੀਲ ਹੋਈ ਦੇਖੀ ਆ? ਗੁਰੂ ਮਹਾਰਾਜ ਦੀ ਕਿਰਪਾ ਨਾਲ ਜਿਹਦੀ ਨੀਅਤ ਸਾਫ਼ ਆ, ਜਿਸ ਕਮੇਟੀ ਦੇ ਲੀਡਰਾਂ ਦੀ, ਉਹਨਾਂ ਨੂੰ ਕਿਤੇ ਕੋਈ ਕਮੀ ਨਹੀਂ। ਇਹ ਭੁੱਖੀ ਨੀਤ ਦਾ ਬੰਦਾ ਸਾਨੂੰ ਇਹ ਪੱਲੇ ਪਿਆ, ਜਿਹੜਾ ਦਿੱਲੀ ਹੋਵੇ, ਪਟਨਾ ਸਾਹਿਬ ਹੋਵੇ, ਅਤੇ ਇਹ ਅੰਮ੍ਰਿਤਸਰ ਕਮੇਟੀ ਹੋਵੇ, ਉਹਦੇ ਵਿੱਚ ਸਾਨੂੰ ਲੈ ਕੇ ਬਹਿ ਗਿਆ। ਸੋ ਇੱਕ SGPC ਦੇ CA ਦੀ ਗੱਲ ਕਰਦੇ ਸੀ ਤੁਸੀਂ ਅੱਜ ਸੰਬੋਧਨ 'ਚ ਕਿਹਾ, ਅਤੇ ਉਹ ਕਿਵੇਂ, ਕੀ ਗੱਲ ਕਰਦੇ ਸੀ ਵੀ ਉੱਧਰ ਬੱਸਾਂ ਦਾ ਸਿਸਟਮ ਆ, ਜਾਂ ਇੱਧਰਲਾ CA SGPC ਦਾ, ਉਹਦੇ ਕਿੰਨੀ ਤਨਖਾਹ, ਉਹਦਾ ਕੀ, ਉਹਦੇ ਬਾਰੇ? ਉਹਦੀ 1 ਕਰੋੜ ਰੁਪਈਆ ਤਨਖਾਹ ਮਿਥੀ ਗਈ, ਅਤੇ ਸਾਲ ਬਾਅਦ 5% ਵਧੂਗੀ, ਅਤੇ ਉਹਦਾ ਟੈਕਸ ਜਿਹੜਾ 30-32 ਲੱਖ ਰੁਪਈਆ ਗੁਰੂ ਰਾਮਦਾਸ ਦੀ ਗੋਲਕ ਦਊਗੀ। ਅਤੇ ਕੰਮ ਉਹ ਕਰਦਾ ਆਰਬਿਟ ਬੱਸਾਂ ਦੇ, ਜਿਹੜੀਆਂ, ਅਤੇ ਕਾਲੀ ਕਮਾਈ ਨੂੰ ਵਾਈਟ ਕਰਨ ਦਾ ਕੰਮ ਕਰਦਾ, ਪਰ ਤਨਖਾਹ ਲੈ ਰਿਹਾ ਗੁਰੂ ਰਾਮਦਾਸ ਦੇ ਖਜ਼ਾਨੇ 'ਚੋਂ, ਕਿਉਂਕਿ ਬਾਦਲ ਦਾ ਕਬਜ਼ਾ ਉੱਤੇ। ਇੱਕ ਕਲਗੀਧਰ ਚੰਡੀਗੜ੍ਹ 26 ਫੇਸ 'ਚ ਆਪਣੀ ਸਰਾਹ ਬਣੀ ਹੋਈ ਆ, ਉਹਦੇ ਬਾਰੇ ਤੁਹਾਡੇ ਬਾਰੇ ਸੁਣ ਰਹੇ ਸੀ ਕਿ ਉੱਥੇ ਪੁਲਿਸ ਮੁਲਾਜ਼ਮ ਹੀ ਰਹਿੰਦੇ ਨੇ, ਉਹ ਕਮਰੇ ਦਿੱਤੇ ਨਹੀਂ ਜਾਂਦੇ। ਬਾਦਲ ਦੀ ਗਾਰਦ, ਸਰਸੇ ਦੀ ਗਾਰਦ, ਦੇ ਸਾਲੇ ਦੀ ਗਾਰਦ, ਸੁਖਵੀਰ ਦੇ ਸਾਲੇ ਦੀ, ਸੁਖਵੀਰ ਦੀ, ਉਹਦੀ ਹਰਸਿਮਰਤ ਦੀ, ਇਹਦੀ ਗਾਰਦ ਨੇ 27 ਕਮਰੇ ਦੱਬੇ ਹੋਏ ਨੇ, 28 ਕਮਰੇ ਟੋਟਲ ਨੇ, ਅਤੇ ਉਹਨਾਂ ਦਾ ਰਾਸ਼ਨ ਪਾਣੀ ਦੇਸੀ ਘਿਓ ਜੋ ਬਣ ਕੇ ਲੰਗਰ ਨਾਢਾ ਸਾਹਿਬ ਤੋਂ ਆਉਂਦਾ। ਤੋ ਸਿੱਖ ਜਿਹੜੇ ਨੇ ਸੜਕ 'ਤੇ ਸੌਂਦੇ ਨੇ, ਜਿਹੜੇ PGI ਜਾਂਦੇ ਨੇ। ਆਮ ਲੋਕਾਂ ਨੂੰ ਉੱਥੇ ਕਮਰਾ ਨਹੀਂ ਦਿੱਤਾ ਜਾਂਦਾ, ਨਹੀਂ ਮਿਲਦਾ। ਜਦੋਂ 27 ਕਮਰੇ ਪੁਲਿਸ ਕੋਲ ਹੋਣਗੇ, ਇੱਕ ਸੈਕਟਰੀ ਕੋਲ ਹੋਊਗਾ, ਤਾਂ ਕਿੱਥੇ ਸਵਾਊਗਾ ਉਹ ਸੰਗਤ ਨੂੰ? ਠੀਕ ਹੈ ਜੀ। ਇਹ ਜ਼ਮੀਨਾਂ ਵੇਚ ਰਹੇ ਨੇ, ਅੰਬ ਸਾਹਿਬ ਦੀ ਜ਼ਮੀਨ ਵੇਚਤੀ, ਉੱਥੇ ਅੱਜ ਮੌਲ ਬਣ ਗਿਆ। ਇਹ ਵੇਚ ਨਹੀਂ ਸਕਦੇ, ਇਹ ਐਕਟ ਵੀ ਇਜਾਜ਼ਤ ਨਹੀਂ ਦਿੰਦਾ। ਤੋ ਸਾਨੂੰ ਇਹ ਘੋਣ ਬਣ ਕੇ ਲੱਗੇ ਹੋਏ ਨੇ, ਚਿੱਟੀ ਸਿਉਂਕ ਹੈ ਸਾਡੀ ਇਹਨੂੰ ਦਵਾਈ ਪਾਉਣੀ ਪੈਣੀ ਇਹਦੀਆਂ ਜੜ੍ਹਾਂ 'ਚ ਚੰਗੀ ਤਰ੍ਹਾਂ। ਜਾਣੀ ਕਿ ਐਕਟ ਦੀ ਉਲੰਘਣਾ ਹੋ ਰਹੀ ਹੈ ਪੂਰੀ ਅੱਜ ਦੇ ਸਮੇਂ। ਐਕਟ ਦੀ ਕਿ ਸਾਰੇ ਗੁਰਮਤਿ ਦੀ ਉਲੰਘਣਾ ਹੋ ਰਹੀ ਹੈ। ਪਹਿਲੀ ਗੱਲ ਤਾਂ ਬੰਦਾ ਹੀ ਗੁਰਮਤੀਆ ਨਹੀਂਗਾ, ਮਨਮਤੀਆ ਅਤੇ ਦੁਰਾਚਾਰੀ ਬੰਦਾ ਹੈ। ਇਸ ਬੰਦੇ ਨੂੰ ਇੱਥੇ ਲੀਡਰ ਬਣਾ ਕੇ ਬਿਠਾਉਣਾ ਸਿੱਖਾਂ ਦੀ ਆਪਣੀ ਆਪ 'ਤੇ ਤੋਹੀਨ ਹੈ। ਬਲਦੇਵ ਸਿੰਘ ਵਡਾਲਾ ਨੇ ਇੰਟਰਵਿਊ ਕੀਤੀ ਸਾਡੇ ਚੈਨਲ ਤੇ, ਉਹਨਾਂ ਨੇ ਕਿਹਾ ਕਿ ਉੱਥੇ ਜੋ ਵੀ ਸ਼ਬਦ ਗਾਏ ਜਾਂਦੇ ਨੇ, ਉਹ ਵੀ ਮਤਲਬ ਰਾਗੀ ਸਿੰਘਾਂ ਨੂੰ ਇਹ ਕਿਹਾ ਜਾਂਦਾ ਵੀ ਇਹ ਸ਼ਬਦ ਗਾਉਣੇ ਨੇ, ਇਹ ਸ਼ਬਦ ਨਹੀਂ ਗਾਉਣੇ। ਕੀ ਸੱਚਾਈ ਹੈ ਇਹ 'ਚ? ਇਹਨੂੰ ਰਾਗੀ ਨੂੰ ਪਤਾ ਹੋਊਗਾ, ਇਹ ਜਦੋਂ ਇਹਦਾ ਜੀ ਕਰਦਾ ਜਾ ਕੇ ਗਾ ਆਉਂਦਾ, ਪੈਸੇ ਵੀ ਲੈ ਆਉਂਦਾ। ਅਤੇ ਜਦੋਂ ਇਹਨੇ ਹੁਣ ਪੈਸੇ ਲੈ ਕੇ ਇਲੈਕਸ਼ਨ ਲੜਨ ਚਲਾ ਗਿਆ ਦਿੱਲੀ, ਅਤੇ ਹੁਣ ਇਹਦੇ ਖਿਲਾਫ ਬੋਲੂਗਾ ਉਹ। ਇਹ ਰਾਗੀ ਵੀ ਅਲਬੇਲਾ ਹੀ ਮਿਲਿਆ ਸਾਨੂੰ, ਵੱਖਰਾ ਹੀ ਅਲਬੇਲਾ ਹੀ ਰਾਗੀ ਮਿਲਿਆ। ਵੈਸੇ ਵਡਾਲਾ ਸਾਹਿਬ ਵੀ ਇਹ ਗੱਲ ਕਹਿੰਦੇ ਨੇ ਕਿ ਅਸੀਂ ਰਾਜਨੀਤੀ ਤੋਂ ਛਡਾਉਣੀ ਆ ਧਾਰਮਿਕ ਆਪਣੀ SGPC, ਇਹਨੂੰ ਅਲੱਗ ਕਰਨਾ, ਵੀ ਰਾਜਨੀਤੀ ਦਾ ਬੋਲਬਾਲਾ ਅਸੀਂ ਵੀ ਚੋਣਾਂ ਲੜਾਂਗੇ ਆਉਣ ਵਾਲੇ ਸਮੇਂ 'ਚ। ਉਹ ਬਾਦਲ ਇਹਨੂੰ ਦੱਸੂਗਾ ਕਿਵੇਂ ਲੜਨੀ, ਅਤੇ ਇੱਕ ਧੁੰਮਾ ਧੁੰਮੇ ਨੇ ਸਮਝਾਤਾ ਇਹਨੂੰ ਵੀ ਇੱਦਾਂ ਲੜਨੀ ਹੈ ਰਾਜਨੀਤੀ, ਇੱਦਾਂ ਬਾਹਰ ਕੱਢਣੀ ਆ, ਅਤੇ ਉਹਦਾ ਗੌਰ ਉਹਨਾਂ ਬਾਦਲ ਤੋਂ ਲੈ ਲਿਆ। ਅਤੇ ਉਹ ਹੁਣ ਉੱਥੇ ਉਹ ਪਹਿਲਾਂ ਤਾਂ ਦਿੱਲੀੋਂ ਕਰੂਗਾ, ਫਿਰ ਇੱਥੋਂ ਕਰੂਗਾ। ਅਤੇ ਆਪਣੀ ਪੰਥਕ ਅਕਾਲੀ ਲਹਿਰ ਕਿੰਨੀਆਂ ਸੀਟਾਂ 'ਤੇ ਚੋਣਾਂ ਲੜੂ, ਕੀ ਪਲੈਨਿੰਗ ਆ ਆਉਣ ਵਾਲੇ ਸਮੇਂ 'ਚ? ਜਿੰਨੀਆਂ ਵੀ ਸੀਟਾਂ ਨੇ ਸਾਰੀਆਂ 'ਤੇ ਲੜੂਗੀ, ਅਤੇ ਅਸੀਂ ਧਾਰਮਿਕ ਬੰਦਿਆਂ ਨੂੰ ਅੱਗੇ ਲਿਆਵਾਂਗੇ, ਅਤੇ ਸਮੁੱਚੀ ਸੰਗਤ ਦੇ ਵਿੱਚ ਭਾਵੇਂ ਕੋਈ ਕਾਂਗਰਸੀ ਸਿੱਖ ਆ, ਆਮ ਆਦਮੀ ਦਾ ਸਿੱਖ ਆ, ਭਾਵੇਂ ਕੋਈ ਬਸਪਾ ਦਾ ਸਿੱਖ ਆ, ਜਿੰਨੀਆਂ ਵੀ ਪਾਰਟੀ 'ਚ ਸਿੱਖ ਨੇ, ਗੁਰੂ ਨੂੰ ਮੱਥਾ ਟੇਕਦੇ ਨੇ, ਸਾਰਿਆਂ ਨੂੰ ਅਸੀਂ ਹੱਥ ਬੰਨ੍ਹ ਕੇ ਅਪੀਲ ਕਰਦੇ ਹਾਂ ਕਿ ਗੁਰੂ ਨਾਨਕ ਨੇ ਸਾਨੂੰ ਸਿੱਖ ਬਣਾਇਆ, ਸਾਡੀ ਛਤਰ ਛਾਇਆ ਅਕਾਲ ਤਖਤ ਆ, ਉੱਥੇ ਇਕੱਠੇ ਹੋ ਜਾਓ, ਸਾਨੂੰ ਧਰਮ ਦੀ ਵੋਟ ਪਾਓ। ਅਸੀਂ ਤੁਹਾਡੇ ਨਾਲ ਪ੍ਰੋਮਿਸ ਕਰਦੇ, ਅਸੀਂ ਰਾਜਨੀਤੀ ਨਹੀਂ ਕਰਾਂਗੇ। ਠੀਕ ਹੈ ਜੀ। ਸਰਦਾਰ ਸੁਖਦੇਵ ਸਿੰਘ ਢੀਂਡਸਾ ਨੇ ਨਵੀਂ ਪਾਰਟੀ ਬਣਾਈ ਆ, ਉਹਨਾਂ ਦੀ ਪਾਰਟੀ ਰਾਜਨੀਤਿਕ ਆ, ਕੀ ਉਹ ਤੁਹਾਡੇ ਨਾਲ ਮਿਲ ਕੇ ਚੱਲੂ ਜਾਂ ਕਿਵੇਂ ਦਾ ਸਿਸਟਮ ਆ? ਜੇ ਸਾਡੇ ਨਾਲ ਸਪੋਰਟ ਸਾਰੀਆਂ ਪਾਰਟੀਆਂ ਕਰਨਗੀਆਂ, ਉਹਨਾਂ ਦੇ ਵਰਕਰ ਕਰਨਗੇ, ਪਰ ਅਸੀਂ ਕਿਸੇ ਪੋਲੀਟੀਕਲ ਬੰਦੇ ਨੂੰ ਆਪਣੀ ਪੰਥਕ ਅਕਾਲੀ ਲਹਿਰ 'ਚ ਐਂਟਰੀ ਨਹੀਂ ਦਿਆਂਗੇ। ਜਾਣੀ ਕਿ ਜੋ ਵੀ ਕੈਂਡੀਡੇਟ ਹੋਣਗੇ ਉਹ ਆਪਣੀ ਪਾਰਟੀ ਵੱਲੋਂ ਆਪਣੀ ਵੱਲੋਂ ਹੋਣਗੇ। ਠੀਕ ਹੈ ਜੀ। ਅਤੇ ਆਉਣ ਵਾਲੇ ਸਾਡੀ ਪਾਰਟੀ ਤੋਂ ਭਾਵ ਇਹ ਨਹੀਂਗਾ ਕੋਈ ਫਰਜ਼ ਕੋਲੋਂ ਦੂਸਰੇ ਗਰੁੱਪ ਨੇ, ਕੋਈ ਉਹਨਾਂ ਦਾ ਕੈਂਡੀਡੇਟ ਹੋਊਗਾ, ਅਤੇ ਅਸੀਂ ਆਪਣੀ ਪਾਰਟੀ 'ਤੇ ਟਿਕਟ ਦੇਵਾਂਗੇ ਉਹਨੂੰ, ਕਿਉਂਕਿ ਅਸੀਂ ਇੱਕ ਬੈਨਰ ਤੋਂ ਲੜਨਾ ਚਾਹੁੰਦੇ ਹਾਂ।
ਤੇ ਆਉਣ ਵਾਲੇ ਸਮੇਂ 'ਚ ਕੀ ਏਜੰਡਾ ਹੋਊਗਾ, ਕੀ ਕੰਡੀਸ਼ਨਾਂ ਹੋਣਗੀਆਂ? ਮੈਂ ਤੁਹਾਨੂੰ ਦੱਸਿਆ ਸਾਰਾ, ਜਿਹੜਾ ਸਟੇਜ ਤੇ ਵੀ ਤੇ ਇੱਥੇ ਵੀ ਦੱਸ ਦਿੱਤਾ ਕਿ ਅਸੀਂ ਜੋ ਸ਼ੂ ਕਰਨਾ ਚਾਹੁੰਦੇ ਆ ਉਹ ਤੁਹਾਨੂੰ ਬੜੀ ਡਿਟੇਲ ਨਾਲ ਦੱਸ ਦਿੱਤਾ। ਠੀਕ ਹੈ ਜੀ, ਠੀਕ ਹੈ। ਸੋ ਇਹ ਸਨ ਭਾਈ ਰਣਜੀਤ ਸਿੰਘ, ਜਿਨ੍ਹਾਂ ਨੇ ਦੱਸਿਆ ਕਿ ਆਉਣ ਵਾਲੇ ਸਮੇਂ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਡੀ ਜੋ ਵੀ ਪੰਥਕ ਅਕਾਲੀ ਲਹਿਰ ਆ ਇਹਦੇ ਵੱਲੋਂ ਪੂਰੀਆਂ ਸੀਟਾਂ ਤੇ ਚੋਣਾਂ ਲੜੀਆਂ ਜਾਣਗੀਆਂ ਤੇ ਅਸੀਂ ਰਾਜਨੀਤੀ ਤੋਂ ਆਜ਼ਾਦ ਕਰਾਉਣਾ, ਰਾਜਨੀਤਿਕ ਪਾਰਟੀਆਂ ਤੋਂ ਐਸਜੀਪੀਸੀ ਨੂੰ ਆਜ਼ਾਦ ਕਰਾਉਣਾ, ਕਿਉਂਕਿ ਹੁਣ ਬੋਲਬਾਲਾ ਰਾਜਨੀਤਿਕ ਪਾਰਟੀਆਂ ਦਾ ਐਸਜੀਪੀਸੀ 'ਚ ਦੁਰਵਰਤੋਂ ਹੋ ਰਹੀ ਆ। ਭਵਾਨੀਗੜ੍ਹ ਤੋਂ ਅਮਨਦੀਪ ਸਿੰਘ ਮਾਝਾ।